ਇਹ ਪੇਪਰ PPSC ਨੇ 2018 ਚ ਕੰਡਕਟ ਕੀਤਾ ਸੀਗਾ। ਇਹ ਪੇਪਰ ਹੈ ਕੋਆਪਰੇਟਿਵ ਸੋਸਾਇਟੀ ਇੰਸਪੈਕਟਰ। ਇਸ ਪੇਪਰ ਦੇ ਵਿੱਚ 100 + 70 ਕੁਐਸਚਨ ਸੀਗੇ, ਯਾਨੀ ਕਿ 170 ਕੁਐਸਚਨ ਸੀਗੇ। 100 ਪਹਿਲੇ ਜਿਹੜੇ 100 ਕੁਐਸਚਨ ਸੀਗੇ ਉਹ ਰੀਜ਼ਨਿੰਗ ਪਲੱਸ ਐਪਟੀਟਿਊਡ ਦੇ ਵਿੱਚੋਂ ਸੀਗੇ, ਅਤੇ ਜਿਹੜੇ 70 ਕੁਐਸਚਨ ਸੀਗੇ ਉਹ GS ਦੇ ਵਿੱਚੋਂ ਸੀਗੇ। ਜਿਹੜਾ ਕਿ ਹੁਣ 2021 ਚ ਆਪਾਂ ਪੇਪਰ ਅਪਲਾਈ ਕੀਤਾ ਕੋਆਪਰੇਟਿਵ ਸੋਸਾਇਟੀ ਇੰਸਪੈਕਟਰ ਦਾ। ਇਸ ਦੀ ਜਿਹੜੀ ਰੇਸ਼ੋ ਹੈ 80-40 ਦੀ ਹੈ, ਯਾਨੀ ਕਿ 120 ਕੁਐਸਚਨਸ ਨੇ। ਜਿਹੜੇ 80 ਮਾਰਕਸ ਦੇ ਕੁਐਸਚਨਸ ਹੋਣਗੇ ਉਹ GK ਦੇ ਚੋਂ ਨੇ, ਅਤੇ 40 ਮਾਰਕਸ ਦੇ ਰੀਜ਼ਨਿੰਗ ਪਲੱਸ ਐਪਟੀਟਿਊਡ ਦੇ ਵਿੱਚੋਂ ਨੇ। ਅਤੇ ਇਸ ਜਿਹੜੇ ਪ੍ਰੀਵੀਅਸ ਈਅਰ ਆਪਣਾ ਇਹ ਐਗਜ਼ਾਮ ਹੈ PPSC ਦਾ, ਇਹਨੂੰ ਦੇਖ ਕੇ ਕੁਐਸਚਨਾਂ ਨੂੰ ਦੇਖ ਕੇ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਵੀ ਪਹਿਲਾਂ ਕਿਵੇਂ ਦੇ ਕੁਐਸਚਨ ਆਏ ਸੀਗੇ ਅਤੇ ਹੁਣ ਕਿਵੇਂ ਅੱਗੇ ਆ ਸਕਦੇ ਨੇ। ਉਸ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ। ਅਤੇ ਆਪਾਂ ਆਪਣੇ ਚੈਨਲ 'ਤੇ ਵੀ ਜਿਹੜੀ ਸਪੈਕਟਰਮ ਦੀ ਸੀਰੀਜ਼ ਹੈ ਮਾਡਰਨ ਹਿਸਟਰੀ ਦੀ, ਉਹ ਸਟਾਰਟ ਕੀਤੀ ਹੈ ਇਸੇ ਪਰਪਜ਼ ਨਾਲ, ਤਾਂ ਕਿ ਆਪਣਾ ਕੋਈ ਵੀ ਜਿਹੜਾ ਕੁਐਸਚਨ ਆ ਕਦੇ ਵੀ ਆਪਾਂ ਨੂੰ ਆਏ ਨਾ ਲੱਗੇ ਵੀ ਆਊਟ ਆਫ ਸਿਲੇਬਸ ਆ। ਆਪਾਂ ਹਰ ਕੁਐਸਚਨ ਮਤਲਬ ਇੰਨੀ ਡੈਪਥ ਦੇ ਵਿੱਚ ਉਹਨੂੰ ਕਰ ਰਹੇ ਹਾਂ, ਅਤੇ ਕੋਈ ਵੀ ਕੁਐਸਚਨ ਆਪਣਾ ਪੇਪਰ ਦੇ ਵਿੱਚ ਨਹੀਂ ਛੁੱਟੂਗਾ। ਅਤੇ ਇਸ ਕੁਐਸਚਨ ਪੇਪਰ ਦਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਐਵੇਂ ਹੈ, ਅਰਥ ਆਰ is a worldwide movement to raise the awareness about climate change and this movement is organized by। ਅਰਥ ਆਰ ਕਿਹੜੀ UN ਏਜੰਸੀ ਮਨਾਉਂਦੀ ਹੈ? ਇਹ ਹੈਗੀ ਹੈ WWF ਵਰਲਡ ਵਾਈਲਡ ਲਾਈਫ ਫੰਡ, ਜਿਹੜੀ ਯੂਨਾਈਟਿਡ ਨੇਸ਼ਨ ਦੀ ਏਜੰਸੀ ਹੈ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਆਰ ਕਵਰਡ ਅੰਡਰ ਸਮਾਰਟ ਸਿਟੀ ਮਿਸ਼ਨ ਇਨ ਪੰਜਾਬ। ਜਿਹੜਾ ਸਮਾਰਟ ਸਿਟੀ ਮਿਸ਼ਨ ਸੀਗਾ ਇਹ ਕਰੰਟ ਦਾ ਕੁਐਸਚਨ ਹੈ, ਅਤੇ 2018 ਦੇ ਵਿੱਚ ਜਿਹੜਾ ਕਰੰਟ 'ਚ ਕੁਐਸਚਨ ਸੀਗਾ ਉਸ ਵਕਤ ਸੀਗਾ, ਇਸ ਕਰਕੇ ਇਹ ਨਿਊਜ਼ 'ਚੋਂ ਇਹ ਕੁਐਸਚਨ ਲਿਆ ਗਿਆ। ਜੇ ਆਪਾਂ ਨੂੰ ਐਲੀਮੀਨੇਸ਼ਨ ਮੈਥਡ ਆਉਂਦਾ ਤਾਂ ਆਪਾਂ ਪਤਾ ਕਿ ਪਟਿਆਲਾ ਸਮਾਰਟ ਸਿਟੀ ਦੇ ਵਿੱਚ ਨਹੀਂ ਸੀਗਾ, ਇਸ ਕਰਕੇ ਜਿਹੜੀ ਆਪਾਂ ਥਰਡ ਆਪਸ਼ਨ ਆ ਇਹ ਐਲੀਮੀਨੇਟ ਜੇ ਕਰੀਏ ਤਾਂ ਸਾਰੀ ਆਪਸ਼ਨਸ ਐਲੀਮੀਨੇਟ ਹੋ ਜਾਂਦੀਆਂ ਨੇ ਸਿਰਫ ਇੱਕ ਨੂੰ ਛੱਡ ਕੇ। ਫਿਰ ਇਹਦਾ ਆਨਸਰ ਬਣਦਾ A, ਯਾਨੀ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਇਹ ਸਮਾਰਟ ਸਿਟੀ ਮਿਸ਼ਨ ਪਲਾਨ ਦੇ ਵਿੱਚ ਹੈਗੇ ਸੀਗੇ। ਨੈਕਸਟ ਕੁਐਸਚਨ ਹੈ, Android is a mobile operating system designed for smartphones and this system was developed by which one of the following। ਜਿਹੜਾ ਐਂਡਰੋਇਡ ਸਿਸਟਮ ਹੈ ਇਹ ਗੂਗਲ ਦਾ ਡਿਵੈਲਪ ਕੀਤਾ ਹੋਇਆ। ਐਪਲ ਦਾ ਹੈਗਾ iOS, ਮਾਈਕਰੋਸੋਫਟ ਦਾ ਹੈਗਾ ਵਿੰਡੋਜ਼, ਬਲੈਕਬੇਰੀ ਕੋਲ ਆਪਣਾ ਬਲੈਕਬੇਰੀ ਹੈ। ਇਹਦਾ ਆਨਸਰ ਹੋ ਜਾਂਦਾ ਗੂਗਲ। ਇਹ ਹੈ PPSC ਦਾ 2018 ਦੇ ਵਿੱਚ ਕੰਡਕਟ ਕੀਤਾ ਹੋਇਆ ਪੇਪਰ ਕੋਆਪਰੇਟਿਵ ਸੋਸਾਇਟੀ। ਇਸ ਪੈਟਰਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪੇਪਰ ਕਿਵੇਂ ਦਾ ਪਹਿਲਾਂ ਆਇਆ ਸੀ ਅਤੇ ਹੁਣ ਕਿਵੇਂ ਦਾ ਆ ਸਕਦਾ। ਜਿਹੜਾ ਇਹ ਪਹਿਲਾਂ ਪੇਪਰ ਹੋਇਆ ਸੀ 2018 ਦੇ ਵਿੱਚ, ਇਹਦੀ ਰੇਸ਼ੋ 170 ਕੁਐਸਚਨ ਸੀਗੇ 100 ਅਤੇ 70। ਜਿਹੜੇ 100 ਕੁਐਸਚਨ ਸੀਗੇ ਉਹ ਰੀਜ਼ਨਿੰਗ ਅਤੇ ਐਪਟੀਟਿਊਡ ਵਿੱਚੋਂ ਸੀਗੇ, ਜਿਹੜੇ 70 ਕੁਐਸਚਨ ਸੀ ਉਹ GS ਦੇ ਸੀਗੇ। ਅਤੇ ਜਿਹੜਾ ਹੁਣ ਇਸ ਵਾਰ ਕੰਡਕਟ ਹੋਣਾ ਉਹ 80 ਅਤੇ 40 ਦੀ ਰੇਸ਼ੋ ਦੇ ਵਿੱਚ ਹੈ, ਯਾਨੀ ਕਿ ਜਿਹੜੇ 80 ਕੁਐਸਚਨ ਨੇ ਉਹ GK ਦੇ ਨੇ ਅਤੇ 40 ਰੀਜ਼ਨਿੰਗ ਅਤੇ 40 ਆਪਣੇ ਰੀਜ਼ਨਿੰਗ ਦੇ ਨੇ ਅਤੇ ਐਪਟੀਟਿਊਡ। ਅਤੇ ਹੁਣ ਆਪਾਂ ਇਹਦੇ ਜਿਹੜਾ 2018 ਦਾ ਪੇਪਰ ਤੁਸੀਂ ਦੇਖ ਰਹੇ ਹੋ, ਆਪਾਂ ਇਸ ਦੇ ਵਿੱਚ ਅੱਜ GS ਵਾਲਾ ਪੋਰਸ਼ਨ ਜਿਹੜੇ ਕਿ 70 ਕੁਐਸਚਨਸ ਨੇ ਉਹ ਡਿਸਕਸ ਕਰਾਂਗੇ। ਅਤੇ ਜਿਹੜਾ ਫਸਟ ਕੁਐਸਚਨ ਹੈ ਉਹਦੇ ਵਿੱਚ ਪੁੱਛਿਆ ਅਰਥ ਇਜ਼ ਏ ਵਰਲਡ ਵਾਈਡ ਮੂਵਮੈਂਟ ਟੂ ਰੇਜ਼ ਅਵੇਅਰਨੈਸ ਅਬਾਊਟ ਕਲਾਈਮੇਟ ਚੇਂਜ ਐਂਡ ਦਿਸ ਮੂਵਮੈਂਟ ਇਜ਼ ਆਰਗਨਾਈਜ਼ਡ ਬਾਏ। ਜਿਹੜੀ ਅਰਥ ਹੈ UN ਦੀ ਕਿਹੜੀ ਏਜੰਸੀ ਦੁਆਰਾ ਮਨਾਇਆ ਜਾਂਦਾ ਹੈ? ਵਰਲਡ ਵਾਈਲਡ ਲਾਈਫ ਫੰਡ WWF। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਆਰ ਕਵਰਡ ਅੰਡਰ ਸਮਾਰਟ ਸਿਟੀ ਮਿਸ਼ਨ। ਇਹਦੇ ਵਿੱਚ ਉਹ ਕਿਹੜੇ ਸਮਾਰਟ ਸਿਟੀ ਮਿਸ਼ਨ ਦੇ ਵਿੱਚ ਨੇ? ਹੁਣ ਇਹਨੂੰ ਆਪਾਂ ਐਲੀਮੀਨੇਸ਼ਨ ਮੈਥਡ ਨਾਲ ਕਰਾਂਗੇ। ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਸ ਵਕਤ ਕਰੰਟ ਅਫੇਅਰ 'ਚ ਕੁਐਸਚਨ ਸੀਗਾ, ਅਤੇ ਆਪਾਂ ਨੂੰ ਇਹ ਵੀ ਪਤਾ ਹੈ ਸਮਾਰਟ ਸਿਟੀ ਦੇ ਵਿੱਚ ਪਟਿਆਲਾ ਨਹੀਂ ਆਉਂਦਾ। ਹੁਣ ਜਿਹੜੇ ਜਿੱਥੇ ਥਰਡ ਆਪਸ਼ਨ ਆਪਾਂ ਨੂੰ ਐਲੀਮੀਨੇਟ ਕਰ ਸਕਦੇ ਹਾਂ, ਆਹ ਥਰਡ ਆ ਸਾਰੀ ਐਲੀਮੀਨੇਟ, ਇਹ ਵੀ ਐਲੀਮੀਨੇਟ, ਆਹ ਵੀ ਐਲੀਮੀਨੇਟ, ਬਚਿਆ ਸਿਰਫ ਫਸਟ ਯਾਨੀ ਕਿ ਲੁਧਿਆਣਾ, ਅੰਮ੍ਰਿਤਸਰ, ਜਲੰਧਰ। ਇਸ ਤਰ੍ਹਾਂ ਆਪਾਂ ਕੋਲ ਨੈਕਸਟ ਕੁਐਸਚਨ ਹੈ, ਐਂਡਰੋਇਡ ਇਜ਼ ਏ ਮੋਬਾਈਲ ਓਪਰੇਟਿੰਗ ਸਿਸਟਮ ਡਿਜ਼ਾਈਨਡ ਫॉर ਸਮਾਰਟਫੋਨਸ ਐਂਡ ਦਿਸ ਸਿਸਟਮ ਵਾਜ਼ ਡਿਵੈਲਪਡ ਬਾਈ ਵਿਚ ਆਫ ਦ ਫੋਲੋਇੰਗ। ਐਂਡਰੋਇਡ ਕਿਹਦੇ ਦੁਆਰਾ ਡਿਵੈਲਪ ਕੀਤਾ ਗਿਆ? ਗੂਗਲ। ਐਪਲ ਦਾ ਕੀ ਹੈ? iOS। ਮਾਈਕਰੋਸੋਫਟ ਦਾ ਕੀ ਹੈ? ਵਿੰਡੋਜ਼। ਬਲੈਕਬੇਰੀ ਦਾ ਬਲੈਕਬੇਰੀ ਵੀ ਹੈ। ਨੈਕਸਟ ਹੈਗਾ ਵਿਚ ਸਬਮਰੀਨ ਇਜ਼ ਦ ਫਸਟ ਇੰਡੀਜੀਨੀਅਸਲੀ ਡਿਵੈਲਪਡ ਸਕੋਰਪੀਅਨ ਕਲਾਸ ਸਬਮਰੀਨ that has been commissioned into Indian Navy। ਇਹ ਵੀ ਉਦੋਂ ਕਰੰਟ ਅਫੇਅਰ ਦਾ ਕੁਐਸਚਨ ਸੀਗਾ, ਤਾਂ ਇਹਦਾ ਆਨਸਰ ਹੈ INS ਕਲਵਰੀ। 105 ਕੁਐਸਚਨ ਹੈ ਇਹ ਮੈਚ ਦਾ ਫੋਲੋਇੰਗ ਹੈ। ਇਹਦੇ ਵਿੱਚ ਇੱਕ ਪਾਸੇ ਆਪਣੇ ਕੋਲ ਕੁਆਂਟਿਟੀ ਮਤਲਬ ਯੂਨਿਟ ਦਿੱਤੇ ਹੋਏ ਨੇ। ਮੈਚ ਇਜ਼ ਅ ਯੂਨਿਟ ਆਫ ਸਪੀਡ, ਡੈਸੀਬਲ ਇਜ਼ ਅ ਯੂਨਿਟ ਆਫ ਸਾਊਂਡ, ਹਰਟਜ਼ ਇਜ਼ ਅ ਯੂਨਿਟ ਆਫ ਫ੍ਰੀਕੁਐਂਸੀ,
पारसैक इज़ ए यूनिट ऑफ डिस्टेंस। तो ये अपनी ऑप्शन मैच कर दी है बी नाल। नैक्सट क्वेश्चन है द कॉन्स्टिट्यूशन ऑफ इंडिया एम्पावर द सुप्रीम कोर्ट ऑफ इंडिया टू एडजुडिकेट डिस्प्यूट बिटवीन द सेंटर एंड स्टेट थ्रू सेंटर ते स्टेट का झगड़ा सुप्रीम कोर्ट के किहड़ी ज्यूरिडिक्शन दे विच आंदा है। ये आंदा अपने कोल ओरिजिनल ज्यूरिडिक्शन जिहड़ा सेंटर ते स्टेट का हुंदा है। रेट तो तुहानूं पता ही है, जिहड़ी अपील हुंदी है, जिहड़ी आपां अपील करते हैं हाई कोर्ट तो सुप्रीम कोर्ट एडवाइजरी जिहड़ी है प्रेजिडेंट नूं दिंदा है आर्टिकल 143 के हेठां। नैक्सट क्वेश्चन है विच वन ऑफ द फॉलोइंग इनकलूडिड इन डायरैक्टिव प्रिंसीपल ऑफ द स्टेट पॉलिसी। इन्हां चों किहड़ा डायरैक्टिव प्रिंसीपल है। सब तो पहली ऑप्शन है प्रोहिबिशन ऑफ ट्रैफिक इन ह्यूमन बींग्स एंड फोर्स्ड लेबर। तुहानूं पता है आर्टिकल 23 है, ये डायरैक्टिव प्रिंसीपल नहीं हैगा। नेक्स्ट प्रोहिबिशन ऑफ कंजप्शन एक्सेप्ट फॉर मेडिकल पर्पज ऑफ इंटॉक्सिकेटिंग ड्रिंक्स एंड ऑफ अदर ड्रग्स विच आर इंजरीज टू हैल्थ। हाँ जी, ये गांधीयन डायरैक्टिव प्रिंसीपल है। तो ओनली 2 करैक्ट है ये, ओनली 2। नैक्सट क्वेश्चन द प्राइम मिनिस्टर नरेंद्र मोदी हैज़ लॉन्च्ड ए न्यू स्कीम प्रधानमंत्री सह बिजली हर घर योजना टू इंश्योर इलेक्ट्रिफिकेशन ऑफ ऑल विलिंग हाउसहोल्ड इन द कंट्री एंड दिस स्कीम इज़ आल्सो नेम्ड एज, इस स्कीम का नाम सीगा सौभाग्य। नैक्सट क्वेश्चन विच वन ऑफ द फॉलोइंग नैविगेशन सिस्टम हैज़ बिन डिवेल्प्ड बाय इंडिया। इंडिया का नैविगेशन सिस्टम किहड़ा है। सानूं पता है GPS किहदा है US का, बीडूस किहदा है चाइना, इसी तरह नाविक इंडिया। नैक्सट क्वेश्चन आ मैच द फॉलोइंग जिहड़ियां करैक्टली मैच ऑप्शनस ने इहदे विच। पहल स्कीम, पहल अपन सारिਆਂ ਨੂੰ पता है कि LPG स्कीम आ। आयुष्मान भारत ये हैल्थ केयर स्कीम आ। अमृत अर्बन डिवेलपमेंट एंड रिजुविनेशन, मिशन इंद्रधनुष ये वैक्सीनेशन प्रोग्राम सीगा, यानी कि ऑल आर करैक्टली मैच्ड, आंसर डी। नैक्सट क्वेश्चन ISRO has launched India's 100th satellite in space through PSLV-C40 from Sriharikota in January 2018. This satellite belongs to which of the following? ये भी उदों करंट का क्वेश्चन सीगा, करंट के विच रहा सी उस वक्त। इसका आंसर है कार्टोसैट 2। तुहानूं पता है कि जिहड़ी स्पेस एंड टैक्नोलॉजी या साइंस एंड टैक्नोलॉजी वो क्वेश्चन ज़्यादा आए थे उस वक्त पेपर के विच, ते जिहड़ी गवर्नमेंट स्कीम्स सीगियां। हुण देखो फिर तो एक फॉरन करंट अफेयर्स के नाल रिलेटेड क्वेश्चन है which country has the first country to grant citizenship to robots। किहड़ा पहला देश बन गया जिन्हें रोबोट्स नूं सिटीजनशिप दी। ये हैगा सीगा सऊदी अरेबिया, उस रोबोट का नाम सीगा सोफिया। नैक्सट क्वेश्चन है इन इंडिया हू इज़ द चेयरमैन ऑफ नैशनल वाटर रिसोर्स काउंसिल। यह पॉलिटी का क्वेश्चन आ गया। इसका चेयरमैन कौन होंगे, प्राइम मिनिस्टर, यानी कि नरेंद्र मोदी। जो कोई भी प्राइम मिनिस्टर बनेगा वो नैशनल वाटर रिसोर्स काउंसिल का चेयरमैन होएगा। नैक्सट क्वेश्चन आप सिख हिस्टरी के विचों आ गया। गुरु नानक ये एक पासे गुरु साहब लिखे हुए हैं, दूजे पासे उन्होंने रचनावां, तो आप उन्होंने मैच करना। गुरु नानक देव जी इन्हों की रचना है आसा दी वार। गुरु गोबिंद सिंह जी इन्हों की ऑटोबायोग्राफी है बचित्र नाटक। गुरु रामदास जी चौथे गुरु इन्हों की रचना है लावा। गुरु अमरदास जी तीजे गुरु इन्हों की रचना है आनंद साहिब। तो अपने को ये ऑप्शन बन जाता है बी। नैक्सट क्वेश्चन है विच वन ऑफ द फॉलोइंग इज़ नॉट ट्रू अबाउट बंदा सिंह बहादुर। बंदा सिंह बहादुर के रिगार्डिंग इन्हों चो केड़ी स्टेटमेंट गलत है। हिज ओरिजिनल नेम वाज लक्ष्मण देव, ये बिल्कुल करैक्ट है। नैक्सट ही मेड द फोर्ट ऑफ मुखलिसपुर एंड हिज कैपिटल एंड रीनेम्ड इट एज लोहगढ़। लोहगढ़ का किला है, बिल्कुल ठीक है। ही वॉज कैप्चर्ड एंड किल्ड ऑन द ऑर्डर्स ऑफ मुगल एंपरर औरंगजेब। औरंगजेब नहीं है उरे, ये है फरुखशियर। ये फरुखशियर है, इस करके ये अपनी स्टेटमेंट गलत है। हुण जी थर्ड आप वो अपना आंसर होएगा जिस थर्ड आ, यानी कि फस्ट तो सैकेंड वाला आंसर नहीं है। फस्ट तो सैकेंड नहीं है तो थर्ड वालियाँ अपने को 2 ऑप्शन बचते हैं, थर्ड या एक फोर्थ। द नेम ऑफ हिज सन वाज अजय सिंह, ये बिल्कुल ठीक है, यानी कि अपने को सिर्फ एक ऑप्शन बची, ऑप्शन थर्ड। नैक्सट क्वेश्चन है मिसल्स तो उन्होंने फाउंडर। एक पासे मिस तुहानूं पता उन्हें 12 मिसलां सीगियां ते आपां उहदे फाउंडरां नाल इहनूं मैच करना है। भंगी मिसल हरी सिंह ढिल्लों,
कन्हैया मिसल, जय सिंह, ਸਿੰਘਪੁਰੀਆ ਜਾਂ ਫਿਰ ਫੈਜ਼ਲਪੁਰੀਆ। ਇਹਦਾ ਹੈਗਾ ਨਵਾਬ ਕਪੂਰ ਸਿੰਘ। ਸ਼ੁਕਰ ਚੱਕਿਆ ਮਿਸਲ, ਜਿਹਦਾ ਸੰਬੰਧ ਰਣਜੀਤ ਸਿੰਘ ਨਾਲ ਸੀਗਾ। ਬੁੱਧ ਸਿੰਘ। ਇਸ ਤੋਂ ਪਹਿਲਾਂ ਜਿਹੜੀ ਆਪਾਂ ਸੀਰੀਜ਼ ਕਰਦੇ ਆ ਰਹੇ ਹਾਂ ਪੰਜਾਬ ਦੇ ਪ੍ਰੀਵੀਅਸ ਈਅਰ MCQs, ਇਹ ਕੁਐਸਚਨ ਉਹਦੇ ਵਿੱਚ ਕਿੰਨੀ ਵਾਰ ਰਿਪੀਟ ਹੋਇਆ ਤੁਸੀਂ ਸੁਣਿਆ ਹੋਣਾ। ਜੇ ਨਹੀਂ ਦੇਖਿਆ ਤਾਂ ਤੁਸੀਂ ਉਹ ਸੀਰੀਜ਼ ਦੇਖ ਸਕਦੇ ਹੋ, ਕਿਉਂਕਿ ਜਿਹੜੇ ਆਉਣ ਵਾਲੇ ਪੇਪਰਸ ਨੇ PPSC ਜਾਂ ਕੁਛ ਹੋਰ ਪੇਪਰ ਆ ਸਟੇਟ ਲੈਵਲ ਦਾ, ਉਹਦੇ ਲਈ ਉਹ ਦੇਖਣੀ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੇ ਪ੍ਰੀਵੀਅਸ ਈਅਰ ਪੇਪਰਸ ਹੁੰਦੇ ਨੇ ਉਹ ਅਕਸਰ ਐਗਜ਼ਾਮ ਦੇ ਵਿੱਚ ਐਜ਼ ਇਟ ਇਜ਼ ਹੀ ਰਿਪੀਟ ਹੋ ਜਾਂਦੇ ਨੇ। ਨੈਕਸਟ ਕੁਐਸਚਨ ਹੈ ਜੈਤੋਂ ਦਾ ਮੋਰਚਾ। ਜੈਤੋਂ ਦੇ ਮੋਰਚਾ ਦੇ ਰਿਗਾਰਡਿੰਗ ਕਿਹੜੀ ਸਟੇਟਮੈਂਟ ਉਰੇ ਕਰੈਕਟ ਆ? ਤੁਹਾਨੂੰ ਪਤਾ ਜਦ ਆਪਾਂ ਪੰਜਾਬ ਹਿਸਟਰੀ ਪੜ੍ਹ ਰਹੇ ਸੀਗੇ, ਜਿਹੜਾ ਜੈਤੋਂ ਦਾ ਮੋਰਚਾ ਹੈ ਉਹ ਇਸ ਕਰਕੇ ਲੱਗਿਆ ਸੀ, ਜਿਹੜਾ ਨਾਭੇ ਦਾ ਰਾਜਾ ਸੀਗਾ ਰਿਪੂਦਮਨ, ਉਹਨੂੰ ਡੀਥਰੋਨ ਕਰ ਦਿੱਤਾ ਗਿਆ ਸੀ। ਉਹਨੂੰ ਦੁਬਾਰਾ ਤੋਂ ਉਹਦੇ ਤਖਤ ਦੇ ਉੱਪਰ ਰੀਇੰਸਟਾਲ ਕਰਨ ਦੇ ਲਈ ਜੈਤੋਂ ਦਾ ਮੋਰਚਾ ਲੱਗਿਆ ਸੀ। ਇਹਦੀ ਸਟੇਟਮੈਂਟ ਪੜ੍ਹਦੇ ਹਾਂ ਆਪਾਂ। ਫॉरगेटिंग सिक्स ਗੁਰਦੁਆਰਾ ਐਕਟ, ਨਹੀਂ ਜੀ। ਨੈਕਸਟ, ਫॉर रिस्टोरेशन ऑफ महाराजा रिपुदमन सिंह ऑफ नाभा टू हिज थ्रोन, ਇਹ ਬਿਲਕੁਲ ਕਰੈਕਟ ਸਟੇਟਮੈਂਟ ਹੈ। ਨੈਕਸਟ, ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਭਗਤ ਸਿੰਘ। ਭਗਤ ਸਿੰਘ ਦੇ ਰਿਗਾਰਡਿੰਗ ਇਹ 'ਚੋਂ ਕਿਹੜੀ ਸਟੇਟਮੈਂਟ ਟਰੂ ਨਹੀਂ ਹੈਗੀ? ਹੀ ਵਾਜ਼ ਬੋਰਨ ਇਨ ਸੰਧੂ ਜੱਟ ਫੈਮਿਲੀ ਇਨ 1907 ਐਂਡ ਸਟੱਡੀਡ ਐਟ ਦਿਆਨੰਦ ਐਂਗਲੋ ਵੈਦਿਕ ਸਕੂਲ ਇਨ ਲਾਹੌਰ, ਬਿਲਕੁਲ ਸਟੇਟਮੈਂਟ ਕਰੈਕਟ ਹੈ। ही फाउंडेड नौजवान सभा इन 1926 एंड हिमसेल्फ एज सैकटरी, ये भी ठीक है। जो आप पिछली बार पढ़ रहे थे हिस्टरी आप देखिया सीगा, ये स्टेटमेंट बिल्कुल ट्रू आ। ही असैसीनेट सुपरिटेंडेंट ऑफ पुलिस मिस्टर स्कॉट इन 1928, मैं थोड़ा ये भी दसिया सीगा भी जो इन्हों का प्लैन सीगा मारन का वो स्कॉट नूं सी, बट मारिया कौन गया सीगा? सांड्रस। इस करके स्टेटमेंट अपनी उरे हो जाती है गलत, उन्होंने रॉन्ग स्टेटमेंट ही पूछी अपने तो। ही थ्रू द बम इन सेंट्रल लैजिस्लेटिव असैंबली अगेंस्ट द पैसेज ऑफ गवर्नमेंट ऑफ इंडिया एक्ट 1919, नहीं ये 1919 नहीं सीगा, एक पब्लिक सेफ्टी बिल सीगा ते दो बिल होर सीगे, बट ये 1919 नहीं सीगा। इस करके अपने को थर्ड ते फोर्थ वाला आंसर करैक्ट बन जाता। उन्होंने गलत स्टेटमेंट पूछी सी ते आपां गलत दसती। नैक्सट क्वेश्चन हैगा 119, विच सिटी ऑफ पंजाब is one among the top 20 most polluted cities of the world according to recent reports released by WHO in year 2018। ਇਹ ਵੀ ਉਦੋਂ ਕਰੰਟ 'ਚ ਕੁਐਸਚਨ ਸੀਗਾ। ਇਹਨੇ ਪੁੱਛਿਆ WHO ਦੇ ਜਿਹੜੀ 2018 'ਚ ਆਈ ਸੀ ਰਿਪੋਰਟ, ਉਸ ਦੇ ਮੁਤਾਬਕ 20 ਜਿਹੜੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀਗੇ ਉਹਨਾਂ ਦੇ ਵਿੱਚ ਟੌਪ 20 'ਚ ਕਿਹੜਾ ਆ? ਉਦੋਂ ਉਸ ਵਕਤ ਪਟਿਆਲਾ ਆ ਗਿਆ ਸੀਗਾ। ਹੁਣ ਤੁਹਾਨੂੰ ਇੱਕ ਹੋਰ ਰੀਸੈਂਟ ਹੈਗਾ ਇਸ ਨਿਊਜ਼ ਜਿਹੜੀ ਹੁਣ ਚੱਲ ਰਹੀ ਹੈ 2021 ਦਸੰਬਰ ਦੇ ਵਿੱਚ। ਹੁਣ ਜੇ ਆਪਣਾ ਨੈਕਸਟ ਅੱਗੇ ਐਗਜ਼ਾਮ ਕੰਡਕਟ ਹੁੰਦਾ, ਜਿਹੜੀ ਥਾਪਰ ਯੂਨੀਵਰਸਿਟੀ ਪਟਿਆਲਾ ਹੈ, ਇਹਨਾਂ ਨੇ ਇੱਕ ਸੈਟੇਲਾਈਟ ਬਣਾ ਕੇ ਲਾਂਚ ਕੀਤੀ ਹੈ, ਜਿਹੜੀ ਕਿ ਪਟਿਆਲੇ ਦੇ ਉੱਪਰ ਜਾ ਕੇ ਯਾਨੀ ਕਿ ਅਸਮਾਨ ਤੋਂ ਪੋਲਿਊਸ਼ਨ ਦਾ ਲੈਵਲ ਚੈੱਕ ਕਰੇਗੀ। ਤਾਂ ਉਸ ਸੈਟੇਲਾਈਟ ਦਾ ਨਾਮ ਜਾਂ ਉਹਦੀ ਡਾਇਮੈਂਸ਼ਨਸ ਵਗੈਰਾ ਆਪਾਂ ਤੋਂ ਪੁੱਛੀਆਂ ਜਾ ਸਕਦੀਆਂ ਨੇ, ਯਾਨੀ ਕਿ ਉਹ ਨੈਨੋ ਸੈਟੇਲਾਈਟ ਹੈ ਜਾਂ ਕਿਹੜੀ ਸੈਟੇਲਾਈਟ ਆ ਅਤੇ ਉਹ ਕਿਹਨੇ ਬਣਾਈ ਆ, ਤਾਂ ਉਹ ਆਪਾਂ ਚੰਗੀ ਤਰ੍ਹਾਂ ਯਾਦ ਕਰਾਂਗੇ। ਨਹੀਂ ਤਾਂ ਆਪਾਂ ਕਵਰ ਕਰ ਹੀ ਰਹੇ ਹਾਂ ਆਪਣੇ ਚੈਨਲ ਦੇ ਉੱਪਰ ਆਲਰੇਡੀ, ਉਹਨੂੰ ਆਪਾਂ ਫਰਦਰ ਅੱਗੇ ਕਰਾਂਗੇ। ਨੈਕਸਟ ਕੁਐਸਚਨ ਹੈ मैच द फॉलोइंग। ये मिनिस्टर्स ने हुण आपां नूं करन दा इहदा कोई फायदा नहीं हैगा, क्योंकि जिहड़ी नवीं कैबिनेट आएगी जो इलैक्शन तो बाद आपां उहनूं उस वक्त करांगे। नैक्सट क्वेश्चन है द प्रेजिडेंट ऑफ साउथ कोरिया इज़, ये उदों न्यूज़ च सीगा मून, इहदा आंसर हैगा मून JE-in। द रीसेंटली अपॉइंटेड न्यू प्रेजिडेंट ऑफ क्यूबा इज़ मिंगल दियाज। देखो अपॉइंटमेंट्स चो दो क्वेश्चन ने, फॉरन अफेयर्स दे विचों एक क्वेश्चन आया है, ਟੈਕਨੋਲੋਜੀ ਦੇ ਤੁਸੀਂ ਹੁਣ ਤੱਕ 3 ਜਾਂ 4 ਕੁਐਸਚਨ ਦੇਖ ਚੁੱਕੇ ਹੋ। ਇਹ ਫਿਰ ਤੋਂ ਆਪਣਾ ਇੱਕ ਨੈਸ਼ਨਲ ਲੈਵਲ ਦੀ ਨਿਊਜ਼ ਦਾ ਇੱਕ ਕੁਐਸਚਨ ਆ ਰਿਹਾ ਅਫਸਫਾ ਦੇ ਉੱਪਰ ਹੈਗਾ ਦ ਆਰਮਡ ਫੋਰਸਿਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਅਫਸਫਾ ਹੈਜ਼ ਬੀਨ ਕੰਪਲੀਟਲੀ ਰਿਮੂਵਡ ਫਰੋਮ ਵਿਚ ਵਨ ਆਫ ਦ ਫੋਲੋਇੰਗ ਔਨ 31 ਮਾਰਚ। 31 ਮਾਰਚ 'ਚ ਹੀ ਆਪਾਂ ਮੇਘਾਲਿਆ ਤੋਂ ਰਿਮੂਵ ਕੀਤਾ ਸੀਗਾ, ਬਟ ਜੇ ਅੱਜ ਦੇ ਕੰਟੈਕਸਟ ਦੇ ਵਿੱਚ ਪੁੱਛਿਆ ਜਾਵੇ ਤਾਂ ਇਹ ਤ੍ਰਿਪੁਰਾ ਹੈ। ਉਸ ਵਕਤ ਮੇਘਾਲਿਆ ਸੀ ਅਤੇ ਹੁਣ ਤ੍ਰਿਪੁਰਾ ਹੋ ਗਿਆ ਰੀਸੈਂਟ। नेक्स्ट क्वेश्चन इंडियन प्राइम मिनिस्टर नरेंद्र मोदी एंड प्रेजिडेंट ऑफ चाइना शी जिनपिंग रीसेंटली मैट इन विच सिटी ऑफ चाइना। 2018 ਦੇ 'ਚ ਉਸ ਵਕਤ ਵੁਹਾਨ ਦੇ ਵਿੱਚ ਮਿਲੇ ਸੀ, ਜਿਹੜਾ ਕਿ ਅੱਜ ਐਪੀਸੈਂਟਰ ਹੈ ਕੋਵਿਡ ਵਾਇਰਸ ਦਾ। ਹੂ ਇਜ਼ ਦ ਚੇਅਰਮੈਨ ਆਫ ਪੰਜਾਬ ਕਲਾ ਪ੍ਰੀਸ਼ਦ। ਇਹ ਪੰਜਾਬ ਕਲਚਰ ਨਾਲ ਰਿਲੇਟਿਡ ਹੈ ਅਤੇ ਕਰੰਟ ਅਫੇਅਰਸ ਨਾਲ ਵੀ, ਕਿਉਂਕਿ ਉਹਦੀ ਨਵੀਂ ਅਪੁਆਇੰਟਮੈਂਟ ਹੋਈ ਸੀਗੀ ਸੁਰਜੀਤ ਪਾਤਰ ਸੀ ਇਹਦਾ ਕਰੈਕਟ ਆਂਸਰ। ਦ ਰੀਸੈਂਟਲੀ ਕਨਕਲੂਡਡ ਕਾਮਨਵੈਲਥ ਗੇਮਸ 2018 ਵਰ ਹੈਲਡ ਐਟ, ਉਦੋਂ ਜਿਹੜੇ 2018 'ਚ ਕਾਮਨਵੈਲਥ ਗੇਮਸ ਹੋਈਆਂ ਸੀ ਇਹ ਹੋਈਆਂ ਸੀ ਗੋਲਡ ਕੋਸਟ। ਨੈਕਸਟ ਕੁਐਸਚਨ ਆ
The recently controversy involving misuse of personal data of users by Facebook has which one of the following British marketing firm at the center of the controversy? ਇਹ controversy ਕਿਹਦੇ ਨਾਲ ਰਿਲੇਟਡ ਸੀਗੀ? ਕੈਂਬਰਿਜ ਐਨਾਲਿਟਿਕਾ। ਹੁਣ ਜਿਹੜੇ ਹੁਣ ਰੀਸੈਂਟ ਬਲੈਕ ਮਨੀ ਦੇ ਰਿਗਾਰਡਿੰਗ ਪੇਪਰ ਲੀਕ ਹੋਏ ਨੇ ਉਹ ਹੈਗੀ ਹੈ ਕੰਟਰੋਵਰਸੀ ਪੰਡੋਰਾ ਪੇਪਰਸ ਦੀ। ਜਿਵੇਂ ਇਹ ਪੁੱਛਿਆ ਜਾ ਸਕਦਾ ਹੈ ਵੀ ਪੰਡੋਰਾ ਪੇਪਰਸ ਕੰਟਰੋਵਰਸੀ ਕਿਹਦੇ ਨਾਲ ਹੈ? ਬਲੈਕ ਮਨੀ ਨਾਲ। ਬਲੈਕ ਮਨੀ ਕਿਉਂਕਿ ਬਹੁਤ ਸਾਰੇ ਜਿਹੜੇ ਇੰਡੀਅਨਸ ਨੇ ਉਹਨਾਂ ਦੇ ਨਾਮ ਆਏ ਨੇ। ਦ ਕਾਮਨ TV ਰਿਮੋਟ ਕੰਟਰੋਲ ਯੂਜ਼ਿਸ ਵਿਚ ਵਨ ਆਫ ਦ ਫੋਲੋਇੰਗ ਵੇਵ। ਇਹ ਆਪਣਾ ਸਾਇੰਸ ਐਂਡ ਟੈਕ ਦਾ ਕੁਐਸਚਨ ਹੈ, ਜਨਰਲ ਸਾਇੰਸ ਵੀ ਕਹਿ ਸਕਦੇ ਹਾਂ। ਜਿਹੜਾ ਆਪਾਂ ਰਿਮੋਟ ਚਲਾਉਂਦੇ ਹਾਂ TV ਦਾ ਉਹਦੇ ਵਿੱਚੋਂ ਕਿਹੜੀਆਂ ਵੇਵਸ ਨਿਕਲਦੀਆਂ ਨੇ ਜਿਹਦੇ ਨਾਲ ਆਪਾਂ TV ਕੰਟਰੋਲ ਕਰਦੇ ਹਾਂ? ਇਹ ਹੈਗਾ ਇਨਫਰਾਰੈਡ ਵੇਵਸ। ਨੈਕਸਟ ਕੁਐਸਚਨ, ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਅਲਟਰਾਸੋਨਿਕ ਵੇਵਸ। ਜਿਹੜੀ ਅਲਟਰਾਸੋਨਿਕ ਵੇਵਸ ਆ ਉਹ ਕਿਹੜੀ ਕਰੈਕਟ ਹੈ ਉਸ ਰਿਗਾਰਡਿੰਗ ਸਟੇਟਮੈਂਟ? ਅਲਟਰਾਸੋਨਿਕ ਵੇਵਸ ਫਾਈਂਡ ਐਪਲੀਕੇਸ਼ਨ ਇਨ ਰੇਂਜ ਫਾਈਂਡਿੰਗ ਰਡਾਰਸ। ਨਹੀਂ, ਰਡਾਰ ਦਾ ਮਤਲਬ ਤੋਂ ਹੀ ਇਹ ਹੈਗਾ ਰੇਡੀਓ ਵੇਵਸ। ਇਹ ਅਲਟਰਾਸੋਨਿਕ ਨਹੀਂ ਯੂਜ਼ ਕਰਦਾ। ਉਹਨੇ ਪੁੱਛਿਆ ਕੀ 'ਚ ਯੂਜ਼ ਹੁੰਦੀ ਹੈ, ਆਪਾਂ ਫਸਟ ਆਪਸ਼ਨ ਐਲੀਮੀਨੇਟ ਕਰਕੇ ਦੇਖ ਸਕਦੇ ਹਾਂ ਵੀ ਕਿਹੜੀਆਂ ਐਲੀਮੀਨੇਟ ਹੁੰਦੀਆਂ ਨੇ। ਲਾਈਕ ਬੈਟਸ ਐਂਡ ਡੌਗਸ ਡੋਲਫਿਨਸ ਐਂਡ ਵੇਲਸ ਕੈਨ ਆਲਸੋ ਹੀਅਰ ਅਲਟਰਾਸੋਨਿਕ। ਬਿਲਕੁਲ ਠੀਕ ਹੈ। The most well-known application of ultrasound is being used in sonography to produce picture of fetus in the human womb. ਇਹ ਦੋਵੇਂ ਆਪਸ਼ਨਸ ਠੀਕ ਨੇ, ਯਾਨੀ ਕਿ ਆਪਸ਼ਨ C ਬਣਦਾ। ਸੈਕਿੰਡ ਐਂਡ ਥਰਡ ਆਰ ਕਰੈਕਟ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਗਿਵਨ ਸਟੇਟਮੈਂਟ ਅਬਾਊਟ ਜਲਿਆਂਵਾਲਾ ਬਾਗ ਮੈਸਕਰ ਇਜ਼ ਆਰ ਕਰੈਕਟ? ਜਨਰਲ ਡਾਇਰ ਵਾਜ਼ ਦੈਨ ਲਿeutenant ਗਵਰਨਰ ਆਫ ਪੰਜਾਬ। ਨਹੀਂ, ਇਹ ਸਰ ਮਾਈਕਲ ਅਡਵਾਇਰ ਸੀਗਾ। ਸਰ ਮਾਈਕਲ ਅਡਵਾਇਰ। ਜਨਰਲ ਡਾਇਰ ਨੇ ਤਾਂ ਸਿਰਫ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀਗਾ, ਇਸ ਕਰਕੇ ਇਹ ਸਟੇਟਮੈਂਟ ਹੋ ਜਾਂਦੀ ਹੈ ਗਲਤ। ਆਪਾਂ ਉਹਨਾਂ ਨੂੰ ਕਰੈਕਟ ਸਟੇਟਮੈਂਟ ਦੱਸਣੀ ਆ। ਦ ਵਿਕਟਮਸ ਗੈਦਰਡ ਇਨ ਦ ਬਾਗ ਔਰ ਗਾਰਡਨ ਟੂ ਪ੍ਰੋਟੈਸਟ ਅਗੇਂਸਟ ਦ ਅਰੈਸਟ ਐਂਡ ਡਿਪੋਰਟੇਸ਼ਨ ਆਫ ਦੇਅਰ ਪੋਪੂਲਰ ਲੀਡਰ ਡਾਕਟਰ ਸਤਿਆਪਾਲ ਸੈਫੂਦੀਨ ਐਂਡ ਕਿਚਲੂ। ਇਹ ਬਿਲਕੁਲ ਠੀਕ ਹੈ। ਮਾਈਕਲ ਅਡਵਾਇਰ ਵਾਜ਼ ਦ ਪਰਸਨ ਹੂ ਆਰਡਰਡ ਪੁਲਿਸ ਫਾਇਰ। ਮੈਂ ਤੁਹਾਨੂੰ ਹੁਣੀ ਦੱਸਿਆ ਇਹ ਜਨਰਲ ਡਾਇਰ ਸੀਗਾ, ਨਾ ਕਿ ਮਾਈਕਲ ਅਡਵਾਇਰ। ਮਾਈਕਲ ਅਡਵਾਇਰ ਤਾਂ ਆਪਣਾ ਗਵਰਨਰ ਜਨਰਲ ਸੀਗਾ। ਇਸ ਕਰਕੇ ਜਿਹੜੀ ਕੁਐਸਚਨ 1 ਅਤੇ ਕੁਐਸਚਨ 3 ਆ ਉਹਦੀ ਸਟੇਟਮੈਂਟ ਉਲਟ ਦਿੱਤੀ ਹੋਈ ਆ, ਇਸ ਕਰਕੇ ਹੋ ਜਾਂਦਾ ਗਲਤ। ਰਵਿੰਦਰਨਾਥ ਟੈਗੋਰ ਰਿਨਾਊਂਸਡ ਹੀਜ਼ ਨਾਈਟਹੁੱਡ ਇਨ ਪ੍ਰੋਟੈਸਟ ਆਫ ਦ ਕਿਲਿੰਗਸ। ਠੀਕ ਹੈ, ਰਵਿੰਦਰਨਾਥ ਨੇ ਆਪਣਾ ਨਾਈਟਹੁੱਡ ਰਿਨਾਊਂਸ ਕੀਤਾ ਸੀਗਾ ਅਤੇ ਗਾਂਧੀ ਨੇ ਆਪਣਾ ਕੇਸਰੀ ਹਿੰਦ। ਤਾਂ ਇਹ ਇਸ ਕੁਐਸਚਨ ਦੀ ਆਪਣੀ ਜਿਹੜੀ ਸਟੇਟਮੈਂਟ ਹੈ ਉਹ ਬਣ ਜਾਂਦੀ ਹੈ ਆਨਸਰ C, ਜਿਹੜਾ ਆਪਣਾ ਆਪਸ਼ਨ ਟਰੂ ਆ। ਨੈਕਸਟ ਕੁਐਸਚਨ, Gandhi sent an 11-point ultimatum to Lord Irwin before starting the civil disobedience movement. Which one of the following is not included? ਜਿਹੜਾ ਇਰਵਿਨ 1931 ਦੇ ਵਿੱਚ ਉਹਨਾਂ ਨੂੰ 1931 ਦੇ ਵਿੱਚ ਦਿੱਤਾ ਗਿਆ ਸੀਗਾ ਅਲਟੀਮੇਟਮ, ਤਾਂ ਉਹਦੇ ਵਿੱਚੋਂ ਕਿਹੜੀ ਮੰਗ ਗਾਂਧੀ ਦੀ ਨਹੀਂ ਸੀਗੀ? ਇਹ ਆਪਾਂ ਜਿਹੜੀ ਮਾਡਰਨ ਹਿਸਟਰੀ ਆਪਾਂ ਕਰ ਰਹੇ ਹਾਂ ਆਪਣੇ ਚੈਨਲ ਦੇ ਉੱਪਰ ਸਪੈਕਟਰਮ ਦੇ ਵਿੱਚੋਂ, ਤਾਂ ਚਾਹੇ ਤੁਸੀਂ ਆਪ ਪੜ੍ਹ ਸਕਦੇ ਹੋ, ਬਟ ਜਿਹੜੇ ਹੁਣ ਆਪ ਨਹੀਂ ਪੜ੍ਹ ਸਕਦੇ, ਜਿਨ੍ਹਾਂ ਨੂੰ ਲੈਂਗੁਏਜ ਨਹੀਂ ਸਮਝ ਆ ਰਹੀ, ਉਹ ਪੂਰਾ ਡਿਟੇਲ ਦੇ ਵਿੱਚ ਫੁੱਲ ਜਿਹੜੇ ਲੋਕ ਪੇਡ ਦੇ ਵਿੱਚ ਕਰਾਉਂਦੇ ਨੇ, ਇੰਸਟੀਟਿਊਟ ਪੇਡ ਲੈਕਚਰ ਦੇ ਵਿੱਚ ਕਰਾਉਂਦਾ ਉਹਨੂੰ, ਅਤੇ ਆਪਾਂ ਉਹਦੇ ਬਿਲਕੁਲ ਫ੍ਰੀ ਦੇ ਵਿੱਚ ਕਵਰ ਕਰ ਰਹੇ ਹਾਂ ਅਤੇ ਇੱਕ ਇੱਕ ਪੁਆਇੰਟ ਇੱਕ ਇੱਕ ਲਾਈਨ ਕਵਰ ਕਰ ਰਹੇ ਹਾਂ ਉਹਦੇ ਵਿੱਚ, ਤਾਂ ਕਿ ਪੇਪਰ 'ਚ ਆਪਣਾ ਕੋਈ ਵੀ ਕੋਈ ਵੀ ਕੁਐਸਚਨ ਮਿਸ ਨਾ ਹੋਵੇ, ਚਾਹੇ ਉਹ UPSC ਦਾ ਹੋਵੇ ਚਾਹੇ PPSC ਦਾ ਹੋਵੇ। ਤੁਸੀਂ ਆਪ ਉਸ ਵਕਤ ਦੇ ਗਵਾਹ ਹੋਵੋਗੇ ਕਿ ਜਿਹੜੇ ਤੁਸੀਂ ਉਰੇ ਪੜ੍ਹਿਆ ਤੁਹਾਨੂੰ ਉੱਥੇ ਪੇਪਰ ਦੇ ਵਿੱਚ ਦਿਖਿਆ। ਉਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲਿਊਸੈਂਟ ਕੋਈ ਅਰਿਹੰਤ ਜਾਂ ਕਿਸੇ ਵੀ ਦੇ ਨੋਟਸ ਪੜ੍ਹਨ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਇੱਕ ਵਾਰ ਸਪੈਕਟਰਮ ਇਸ ਚੈਨਲ ਦੇ ਉੱਪਰ ਸੁਣ ਲਈ। ਇਹਦੇ ਵਿੱਚ ਹੈਗਾ 50% ਰਿਡਕਸ਼ਨ ਇਨ ਲੈਂਡ ਰੈਵਨਿਊ ਐਂਡ ਅਬੋਲੀਸ਼ਨ ਆਫ ਸਾਲਟ ਟੈਕਸ ਐਂਡ ਗਵਰਨਮੈਂਟ ਸਾਲਟ ਮੋਨੋਪਲੀ। ਇਹ ਬਿਲਕੁਲ ਠੀਕ ਹੈ। 50% ਕੱਟ ਇਨ ਮਿਲਟਰੀ ਐਕਸਪੈਂਡੀਚਰ ਐਂਡ ਐਕਸਪੈਂਡੀਚਰ ਔਨ ਸਿਵਲ ਐਡਮਿਨਿਸਟ੍ਰੇਸ਼ਨ। ਇਹ ਵੀ ਬਿਲਕੁਲ ਠੀਕ ਹੈ ਜੀ। ਪ੍ਰੋਹਿਬਿਸ਼ਨ ਆਫ ਕਾਊ ਸਲੌਟਰ ਐਂਡ ਯੂਜ਼ ਆਫ ਖਾਦੀ। ਇਹ ਨਹੀਂ ਹੈਗਾ, ਇਹ ਡਿਮਾਂਡ ਨਹੀਂ ਸੀਗੀ। ਰਿਲੀਜ਼ ਆਫ ਆਲ ਪੋਲੀਟੀਕਲ ਪ੍ਰਿਜ਼ਨਰਸ। ਇਹ ਵੀ ਆਪਣੀ ਡਿਮਾਂਡ ਹੈਗੀ ਸੀ। ਉਹਨੇ ਪੁੱਛਿਆ ਕਿਹੜੀ ਨਹੀਂ ਸੀ, ਤਾਂ ਇਹ ਹੋ ਗਿਆ ਪ੍ਰੋਹਿਬਿਸ਼ਨ ਆਫ ਕਾਊ ਸਲੌਟਰ। ਇਹ ਡਿਮਾਂਡ ਨਹੀਂ ਸੀਗੀ। ਨੈਕਸਟ ਕੁਐਸਚਨ ਹੈ ਜੀ, ਦੀ ਆਥੋਰਾਈਜੇਸ਼ਨ ਆਫ ਵਿਡਰਾਅਲ ਆਫ ਫੰਡਸ ਫਰੋਮ ਕੰਸੋਲੀਡੇਟਿਡ ਫੰਡਸ ਆਫ ਇੰਡੀਆ ਮਸਟ ਕਮ ਫਰੋਮ। ਇਹ ਹੋਏਗਾ ਆਪਣੇ ਕੋਲ ਪਾਰਲੀਮੈਂਟ। ਇਹ ਹੈਗਾ ਕੰਸੋਲੀਡੇਟਿਡ ਫੰਡਸ। ਜਦੋਂ ਆਪਾਂ ਕਰਾਂਗੇ ਪੋਲਿਟੀ, ਆਪਾਂ ਉਸ 'ਚ ਪੂਰੀ ਤਰ੍ਹਾਂ ਹਰ ਚੀਜ਼ ਚੰਗੀ ਤਰ੍ਹਾਂ ਕਰਾਂਗੇ ਵੀ ਕਿਹਦੇ ਰਿਲੇਟਿਡ ਕੀ ਹੈ। ਅਤੇ ਇਸਦੇ ਇੱਕ ਰਿਗਾਰਡਿੰਗ ਹੋਰ ਹੈ, ਜਿਵੇਂ ਕੰਸੋਲੀਡੇਟਿਡ ਫੰਡ ਹੁੰਦਾ ਆਰਟੀਕਲ 266, ਅਤੇ ਇਸੇ ਤਰ੍ਹਾਂ ਇੱਕ ਫੰਡ ਹੁੰਦਾ ਕੰਟੀਜੈਂਸੀ ਫੰਡ, ਜਿਹੜਾ ਕਿ ਆਪਾਤਕਾਲੀਨ ਕਹਿੰਦੇ ਆ ਪੰਜਾਬੀ ਦੇ ਵਿੱਚ, ਅਤੇ ਐਮਰਜੈਂਸੀ ਫੰਡ ਹੁੰਦਾ। ਉਹਦੀ ਵਿਡਰਾਅਲ ਦੀ ਰਿਸਪੋਂਸੀਬਿਲਿਟੀ ਕਿਹਦੇ ਉੱਪਰ ਹੁੰਦੀ ਹੈ? ਸਾਰੀ ਪ੍ਰੈਜ਼ੀਡੈਂਟ ਕੋਲ। ਉਹਦੀ ਪ੍ਰੈਜ਼ੀਡੈਂਟ ਕੋਲ ਹੁੰਦੀ। ਜਿਹੜਾ ਕੰਸੋਲੀਡੇਟਿਡ ਫੰਡ ਹੁੰਦਾ ਇਹ ਆਪਾਂ ਬਿਨਾਂ ਪਾਰਲੀਮੈਂਟ ਦੀ ਅਪਰੂਵਲ ਤੋਂ ਨਹੀਂ ਕੱਢ ਸਕਦੇ।
ਵਿਚ ਵਨ ਆਫ ਦ ਫੋਲੋਇੰਗ ਪੇਅਰ ਇਜ਼ ਆਰ ਕਰੈਕਟਲੀ ਮੈਚ। ਹੁਣ ਆਪਾਂ ਕਰੈਕਟਲੀ ਮੈਚ ਇਹਨਾਂ 'ਚੋਂ ਕਿਹੜੇ ਕਿਹੜੇ ਪੇਅਰ ਨੇ। ਸੁਰਿੰਦਰਨਾਥ ਬੈਨਰਜੀ ਹੋਮ ਰੂਲ ਨਹੀਂ, ਇਹ ਐਕਚੁਅਲ ਦੇ ਵਿੱਚ ਪੁੱਠਾ ਦੇ ਰੱਖਿਆ ਇਹਨਾਂ ਨੇ। ਲਾਲਾ ਹਰਦਿਆਲ ਸੀਗਾ ਹੋਮ ਰੂਲ ਦੇ ਨਾਲ, ਇਸ ਕਰਕੇ ਦੋ ਸਟੇਟਮੈਂਟ ਹੋ ਜਾਂਦੀਆਂ ਨੇ ਗਲਤ। ਉਹਨਾਂ ਨੇ ਪੁੱਛਿਆ ਕਰੈਕਟਲੀ ਮੈਚ ਕਿਹੜੀ ਆ। ਰਾਜਾ ਰਾਧਾਕਾਂਤ ਦੇਵ ਅਪੋਜ਼ ਅਬੋਲਿਸ਼ਨ ਆਫ ਸਤੀ ਪ੍ਰੈਕਟਿਸ, ਬਿਲਕੁਲ ਠੀਕ ਹੈ, ਇਹ ਖਿਲਾਫ ਸੀਗਾ, ਕਹਿੰਦਾ ਸਤੀ ਪ੍ਰੈਕਟਿਸ ਨੂੰ ਅਬੋਲਿਸ਼ ਨਹੀਂ ਕਰਨਾ। ਸੈयद ਅਹਿਮਦ ਖਾਨ ਫਾਊਂਡਰ ਆਫ ਮੁਸਲਿਮ ਲੀਗ ਇਨ 1906, ਇਹ ਵੀ ਗਲਤ ਹੈ। ਢਾਕਾ ਦੇ ਵਿੱਚ ਤੁਹਾਨੂੰ ਪਤਾ ਹੈ ਸੈਮੂਲ ਨਾਮ ਦਾ ਕੁਛ ਬੰਦਾ ਸੀਗਾ ਜਿਹਨੇ ਇਹ ਫਾਊਂਡ ਕੀਤੀ ਸੀਗੀ। 133 ਇਹਦਾ ਜਿਹੜੀ ਕਰੈਕਟ ਆਪਣੇ ਕੋਲ ਬਣ ਜਾਂਦਾ, ਇਹ ਬਣ ਜਾਂਦਾ ਹੈ ਡੀ, ਓਨਲੀ ਥਰਡ ਆਪਸ਼ਨ ਇਜ਼ ਕਰੈਕਟ। ਨੈਕਸਟ ਕੁਐਸਚਨ ਹੈ ਫਿਰ ਤੋਂ ਮੈਚ ਦ ਫੋਲੋਇੰਗ। ਭਗਤ ਸਿੰਘ ਦਾ ਸੰਬੰਧ ਕਿਹਦੇ ਨਾਲ ਹੈ? ਲਾਹੌਰ ਕੌਂਸਪੀਰੇਸੀ ਕੇਸ ਦੇ ਨਾਲ, ਕਿਉਂਕਿ ਜਿਹੜੇ ਨੂੰ ਹੈਂਗ ਕੀਤਾ ਗਿਆ ਸੀਗਾ, ਉਹ ਪੁੱਛਿਆ ਜਾਂਦਾ ਕਈ ਵਾਰ ਜਦੋਂ ਭਗਤ ਸਿੰਘ ਨੂੰ ਫਾਂਸੀ ਲਗਾਈ ਸੀ ਉਹ ਕਿਸ ਕੇਸ ਦੇ ਵਿੱਚ ਸੀਗੀ? ਉਹ ਸੀਗੀ ਲਾਹੌਰ ਕੌਂਸਪੀਰੇਸੀ ਕੇਸ। ਲਕਸ਼ਮਣ ਸਹਿਗਲ, ਜਿਹੜਾ ਆਪਣਾ ਲਕਸ਼ਮਣ ਸਹਿਗਲ ਹੈ, ਇਸ ਦਾ ਸੰਬੰਧ ਹੈਗਾ ਇੰਡੀਅਨ ਨੈਸ਼ਨਲ ਆਰਮੀ ਦੇ ਨਾਲ। ਰਾਮ ਪ੍ਰਸਾਦ ਬਿਸਮਿਲ ਕਕੋਰੀ 1926। ਸੂਰਿਆ ਸੇਨ, ਜਿਹੜੀ ਵੈਸਟ ਬੰਗਾਲ ਦੇ ਵਿੱਚ ਸੂਰਿਆ ਸੇਨ ਸੀਗਾ, ਚਿੱਟਾਗੋਂਗ ਆਰਮਰੀ ਰੇਡ। ਇਹ ਆਪਣੇ ਕੋਲ ਕਿਹੜੀ ਆਪਸ਼ਨ ਬਣ ਜਾਂਦੀ ਹੈ? ਡੀ। ਨੈਕਸਟ ਕੁਐਸਚਨ ਗਦਰ ਕੀ ਸੀਗੀ? ਰੈਵੋਲੂਸ਼ਨਰੀ ਐਸੋਸੀਏਸ਼ਨ ਆਫ ਇੰਡੀਅਨਸ ਵਿਦ ਹੈੱਡਕੁਆਟਰਸ ਐਟ ਸੈਨ ਫਰਾਂਸਿਸਕੋ US, ਬਿਲਕੁਲ ਠੀਕ ਹੈ ਇਹ। ਨੈਕਸਟ ਕੁਐਸਚਨ ਹੈਗਾ ਵਿਚ ਆਫ ਦ ਫੋਲੋਇੰਗ ਬਿਗੇਨ ਵਿਦ ਡਾਂਡੀ ਮਾਰਚ। ਡਾਂਡੀ ਮਾਰਚ ਦੇ ਸ਼ੁਰੂ ਹੋਣ ਨਾਲ ਕੀ ਸ਼ੁਰੂ ਹੋਇਆ, ਯਾਨੀ ਕਿ ਉਹਦਾ ਨੇਚਰ ਕੀ ਸੀ ਡਾਂਡੀ ਮਾਰਚ ਦਾ? ਇਹ ਸੀਗੀ ਸਿਵਲ ਡਿਸਓਬੀਡੀਐਂਟ ਮੂਵਮੈਂਟ। ਹੂ ਅਮੰਗ ਦ ਫੋਲੋਇੰਗ ਯੂਜ਼ ਦ ਫਰੇਜ਼ ਅਨ ਬ੍ਰਿਟਿਸ਼ ਟੂ ਕ੍ਰਿਟੀਸਾਈਜ਼ ਦ ਇੰਗਲਿਸ਼ ਕਲੋਨੀਅਲ ਕੰਟਰੋਲ ਇਨ ਇੰਡੀਆ। ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀ ਡਰੇਨ ਵੈਲਥ ਥਿਊਰੀ ਸੀਗੀ ਉਹ ਦਾਦਾ ਭਾਈ ਨਾਰੋਜੀ ਦੀ ਸੀਗੀ, ਵੀ ਕਿੱਦਾਂ ਅੰਗਰੇਜ਼ ਸਾਡੀ ਇੰਡੀਅਨ ਦੀ ਵੈਲਥ ਨੂੰ ਡਰੇਨ ਕਰ ਰਹੇ ਨੇ, ਸਾਡਾ ਵੈਲਥ ਕਿਵੇਂ ਬਾਹਰ ਜਾ ਰਿਹਾ, ਕਿਹੜੇ ਕਿਹੜੇ ਤਰੀਕਿਆਂ ਨਾਲ ਬਾਹਰ ਜਾ ਰਹੇ ਆ। ਤਾਂ ਇਹਦਾ ਆਨਸਰ ਹੋਏਗਾ ਦਾਦਾ ਭਾਈ ਨਾਰੋਜੀ। ਨੈਕਸਟ ਕੁਐਸਚਨ ਹੈ ਦ ਰੋਬਰਟ ਕਲਾਈਵ। ਇਹ 'ਚ ਆਪਾਂ ਦੱਸਣਾ ਹੈ ਕੰਸੀਡਰ ਦ ਫੋਲੋਇੰਗ ਵਿਚ ਆਫ ਦ ਫੋਲੋਇੰਗ ਗਿਵਨ ਸਟੇਟਮੈਂਟ ਇਜ਼ ਜਾਂ ਆਰ ਕਰੈਕਟ। ਰੋਬਰਟ ਕਲਾਈਵ ਵਾਜ ਦ ਫਸਟ ਗਵਰਨਰ ਜਨਰਲ ਆਫ ਬੰਗਾਲ। ਇਹ ਸਿਰਫ ਗਵਰਨਰ ਸੀਗਾ, ਨਾ ਕਿ ਗਵਰਨਰ ਜਨਰਲ, ਤਾਂ ਕਰਕੇ ਸਟੇਟਮੈਂਟ ਗਲਤ ਹੋ ਜਾਂਦੀ ਹੈ। ਫਿਰ ਗਵਰਨਰ ਜਨਰਲ ਕੌਣ ਹੋਇਆ? ਵਾਰਨ ਹੈਸਟਿੰਗ। ਵਿਲੀਅਮ ਬੈਂਟਿੰਗ ਬਿਕੇਮ ਦਾ ਫਸਟ ਗਵਰਨਰ ਜਨਰਲ ਆਫ ਇੰਡੀਆ ਇਨ 1883, ਇਹ ਬਿਲਕੁਲ ਠੀਕ ਹੈ, ਯਾਨੀ ਕਿ ਆਪਣੇ ਕੋਲ ਆਪਸ਼ਨ ਸੈਕਿੰਡ। ਕੰਸੀਡਰ ਦ ਫੋਲੋਇੰਗ ਲਾਰਡ ਮਾਊਂਟਬੈਟਨ ਵਾਜ ਦੀ ਵਾਇਸਰਾਏ ਵੈਨ ਸ਼ਿਮਲਾ ਕਾਨਫਰੰਸ ਟੁੱਕ ਪਲੇਸ। 1946 'ਚ ਹੋਈ ਸੀਗੀ ਸ਼ਿਮਲਾ ਕਾਨਫਰੰਸ, ਅਤੇ ਇਹਦਾ ਲਾਰਡ ਮਾਊਂਟਬੈਟਨ ਨਹੀਂ ਸੀਗਾ, ਲਾਰਡ ਵੈਬਲ ਸੀਗਾ, ਇਸ ਕਰਕੇ ਸਟੇਟਮੈਂਟ ਹੈਗੀ ਹੈ ਗਲਤ। ਇੰਡੀਅਨ ਨਵਲ ਰਿਵੋਲਟ ਜਾਂ ਨੇਵੀ ਰਿਵੋਲਟ 1946 took place when Indian sailors in Royal Indian Navy at Bombay and Karachi rose against government। ये ऑप्शन ਜਿਹੜੀ ਸੈਕਿੰਡ ਆਪਣੀ ਬਿਲਕੁਲ ਕਰੈਕਟ ਹੈ। ਨੈਕਸਟ ਕੁਐਸਚਨ ਅੰਡਰ ਦ ਕੌਂਸਟੀਟਿਊਸ਼ਨ ਆਫ ਇੰਡੀਆ ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਏ ਫੰਡਾਮੈਂਟਲ ਡਿਊਟੀ। ਇਹਨਾਂ 'ਚੋਂ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ? ਇਹ ਆਪਣਾ ਪੋਲਿਟੀ ਦਾ ਕੁਐਸਚਨ ਹੈ। ਟੂ ਵੋਟ ਇਨ ਪਬਲਿਕ ਇਲੈਕਸ਼ਨ, ਹਾਂਜੀ ਬਿਲਕੁਲ ਇਹ ਆਪਣੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਇਹ ਸਿਰਫ ਇੱਕ ਡਾਇਰੈਕਟਿਵ ਹੈ। ਨੈਕਸਟ global agreement in specific control strategies to reduce the release of ozone depleting substances, और कीवर्ड है ozone depleting substances, was adopted by। ਇਹਦਾ ਸੰਬੰਧ ਹੈਗਾ ਮੋਨਟਰੀਅਲ ਪ੍ਰੋਟੋਕੋਲ ਦੇ ਨਾਲ। ਇਹ ਆਪਣੇ ਇਨਵਾਇਰਮੈਂਟ ਦਾ ਕੁਐਸਚਨ ਸੀਗਾ, ਸਟੈਟਿਕ ਹੈ। ਫਿਰ ਤੋਂ ਇਨਵਾਇਰਮੈਂਟ ਦਾ ਸਟੈਟਿਕ ਕੁਐਸਚਨ ਹੈ ਵਿਚ ਵਨ ਆਫ ਦ ਫੋਲੋਇੰਗ ਇਜ਼ ਕਰੈਕਟ ਅਬਾਊਟ ਸਾਈਟਸ। It contains provisions to protect wildlife species and from illegal trade, habitat destruction and climate change, बिल्कुल ठीक है। It releases red list of endangered species with the help of IUCN, नहीं ये काम नहीं करती, इस करके only one correct। Next हैगा अपने को which of the following species in India are critically endangered according to the IUCN red list। उस वक्त न्यूज़ क्वेश्चन सीगा, इन्वायरमेंट का भी क्वेश्चन है। ये अपने ग्रेट इंडियन बस्टर्ड ये भी सीगा, साइबेरियन क्रेन भी सीगा, बीयर्स पोचड भी सीगा, नीलगिरी मिस्तुस भी सीगा, यानी कि ऑल दी अबव आर क्रिटिकली इंडेंजर्ड। फिर तो अपना ये चाहे तेन साइंस एंड टैक्स पर क्वेश्चन गिन लो, चाहे स्पेस वाले गिन लो, चाहे करंट अफेयर्स, ये क्वेश्चन कई बार आया है, हालांकि पुराना क्वेश्चन है 2018 तो भी पुराना, बट पेपर च कई आया है। द टर्म गोल्डीलॉक जोन इज़ ऑफन सीन इन न्यूज़, की है ये हैगा
सर्च ऑफ अर्थ लाइक प्लैनेट्स इन आउटर स्पेस। ऑप्शन सी करैक्ट है ਇਹਦਾ। आगे ਆਪਾਂ 145 if a wetland of international importance is brought under the Monterey Act's record what does it imply। ये अपना इन्वायरमेंट का क्वेश्चन है, स्टैटिक क्वेश्चन है तो बिल्कुल हू स्टेटमेंट उस बुक के दी गई है। चेंज इन इकोलॉजिकल करैक्टर हैव अकर्ड आर अकरिंग और लाइकली टू अकर एज ए रिजल्ट ऑफ ह्यूमन इंटरफेरेंस। ये बिल्कुल ठीक है, जे कोई चेंज हुई है, होने वाली है ਜਾਂ ਹੋ ਸਕਦੀ ਹੈ ਤਾਂ ਉਹਨੂੰ ਆਪਾਂ ਮੌਨਟਰੀਕਸ ਰਿਕਾਰਡ ਦੇ ਵਿੱਚ ਰੱਖ ਦਾਂਗੇ। ਇਸ ਦੇ ਵਿੱਚ ਰੱਖਣ ਨਾਲ ਕੀ ਫਾਇਦਾ ਹੋਏਗਾ, ਉਹਨੂੰ ਵੱਧ ਪ੍ਰੋਟੈਕਸ਼ਨ ਮਿਲੇਗੀ। ਇਹਨਾਂ ਨੇ ਪੁੱਛੇ ਤੇ ਇੱਕ ਹੀ ਸਟੇਟਮੈਂਟ ਹੈ ਤਾਂ ਇਹ ਕਰੈਕਟ ਹੈ। ਇਹ ਤੋਂ ਆਪਣਾ ਇਹ ਇੱਕ ਸਟੈਟਿਕ ਕੁਐਸਚਨ ਹੈ, ਵੈਟਲੈਂਡਸ ਪੁੱਛੇ ਹੋਏ ਨੇ ਤੇ ਕਿੱਥੇ ਕਿਹੜੇ ਕਨਫਰੰਸ ਤੇ ਬਣੇ ਹੋਏ ਨੇ। ਹਰੀਕੇ ਪਤਨ ਤੁਹਾਨੂੰ ਪਤਾ ਹੈ ਤਰਨ ਤਾਰਨ ਦੇ ਵਿੱਚ ਹੈ, ਕਾਨਫਰੰਸ ਆਫ ਬਿਆਸ ਐਂਡ ਸਤਲੁਜ, ਇਹ ਕਰੈਕਟ ਹੈ। ਕਿਓਲਾਡੋ ਘਾਣਾ ਨੈਸ਼ਨਲ ਪਾਰਕ ਬਿਆਸ ਤੇ ਚੰਬਲ ਇਹ ਨਹੀਂ ਹੈਗਾ ਉਰੇ, ਇਸ ਰਿਵਰ ਦੇ ਉੱਪਰ ਨਹੀਂ ਹੈਗਾ। ਕਲੂਰੂ ਲੇਕ ਮੂਸੀ ਤੇ ਕ੍ਰਿਸ਼ਨਾ ਇਹ ਵੀ ਨਹੀਂ ਹੈਗਾ, ਓਨਲੀ 1 ਕਰੈਕਟ ਹੈ। ਨੈਕਸਟ ਕੁਐਸਚਨ ਆਪਣੇ ਕੋਲ, ਇਹ ਟੋਟਲ 70 ਕੁਐਸਚਨਸ ਨੇ, ਆਪਾਂ 47th ਕੁਐਸਚਨ ਤੇ ਆ ਗਏ। ਵਟ ਵੁੱਡ ਹੈਪਨ ਇਫ फाइटोप्लैंकटॉन्स ऑफ ए ओशन इज़ कंप्लीटली डिस्ट्रॉयड फॉर सम रीजन। फाइटोप्लैंकटॉन एक माइक्रो ऑर्गेनिजम्स होंगे ने जिहड़े पानी दे विच रहिंदे ने, फिश ये फिशां दा फूड होंगे ने। फाइटोप्लैंकटॉन्स कहते जे मर जान तां की होएगा। द ओशन एज ए कार्बन सिंक वुड एडवर्सली इफेक्ट, हाँ जी बहुत बुरी तरह प्रभावित होएगा ये ओशन का जिहड़ा कार्बन सिंक है सी का। द फूड चेन इन ओशन वुड एडवर्सली इफेक्ट, हाँ जी एक दे खत्म होने दे नाल जी फूड अपनी फूड चेन है वो इफेक्ट होएगी। ये दो ही बिल्कुल करैक्ट दसे हुए हैं। द डेंसिटी ऑफ वॉल्यूम ऑफ ओशन वुड ड्रास्टिकली डिक्रीज, नहीं ये डिक्रीज नहीं होएगी, इनक्रीज होएगी क्योंकि मर के तो उन्होंने विच ही रहना वो। नैक्सट क्वेश्चन आ, द फर्स्ट 3 इंडियन फीमेल्स हु स्क्रिप्टेड द हिस्ट्री बाय बिकमिंग द फर्स्ट एवर वुमेन टू अंडरगो फाइटर पायलट ट्रेनिंग इन इंडियन एयर फोर्स। ये उस वक्त करंट का क्वेश्चन सीगा तो इस करके न्यूज़ का क्वेश्चन है उस पेपर च सीगा। जो कोई भी चीज़ फस्ट हुई होवे, कोई फस्ट मैन या फस्ट वीमैन, वो पेपर च अक्सर पूछे जाते चांसिस बहुत बढ़ जाते हैं। फिर तो अपना पॉलिटी का क्वेश्चन आ गया, रिट ऑफ प्रोहिबिशन इज़ यूज्ड बाय द सुप्रीम कोर्ट टू प्रिवेंट द इंफीरियर कोर्ट और ट्रिब्यूनल फ्रॉम एक्सीडिंग इट्स यूरिडिक्शन। हाँ जी बिल्कुल ठीक है, जिमें कोई कोर्ट है वो सिर्फ 1 लाख तक की सुनवाई कर सकता है, जो कल नूं किसी केस 2 लाख की सुनवाई अपने आप करन लग जाए तो उन्होंने जिहड़ा सुप्रीम कोर्ट है प्रोहिबिट कर दूँ भी तेरी यूरिडिक्शन नहीं हैगी। ये अपने को नैक्सट है, इन द ईवेंट्स ऑफ वैकेंसी ऑफ ऑफिस ऑफ बोथ प्रेजिडेंट एंड वाइस प्रेजिडेंट ऑफ इंडिया द पर्सन हू परफॉर्म्स द ड्यूटी ऑफ प्रेजिडेंट इज़। जे प्रेजिडेंट के ऑफिस किसी भी तरह खाली हो जाए, प्रेजिडेंट भी ना रहे तो वाइस प्रेजिडेंट भी ना रहे, तो जी प्रेजिडेंट जो प्रेजिडेंट का अहुदा वो फिर किस को जाएगा, वो जाएगा अपने को चीफ जस्टिस ऑफ इंडिया। तो जे चीफ जस्टिस ऑफ इंडिया भी अवेलेबल नहीं हैगा तो होएगा ये सीनियर मोस्ट जज ऑफ सुप्रीम कोर्ट। विच ऑफ द फॉलोइंग वुड बी द कॉन्सिक्वेंसिस ऑफ डिक्लेरेशन ऑफ नैशनल एमरजेंसी बाय द प्रेजिडेंट। जो प्रेजिडेंट नैशनल एमरजेंसी डिक्लेयर कर दिंदा है, आर्टिकल 252 सॉरी आर्टिकल 352, उस फिर उसका की नतीजा निकलेगा। द प्रेजिडेंट कैन इशू डायरैक्टिव्स टू द स्टेट्स, बिल्कुल ठीक है। आर्टिकल जो 352 है वही कहता नैशनल एमरजेंसी जो लगती है जी सारिया पावरां सेंटर को आ जांदियां ने, सेंटर यानी कि प्रेजिडेंट को आ जांदियां ने। द प्रेजिडेंट कैन एक्सटेंड द नॉर्मल टेन्योर ऑफ लोक सभा बाय 1 ईयर, बिल्कुल ठीक है, 1 ईयर नहीं लिखे आप लिख सकते हैं। द प्रेजिडेंट कैन सस्पेंड ऑल द फंडामेंटल राइट्स, नहीं ऑल द फंडामेंटल राइट्स नहीं है, थानू पता आर्टिकल 20 तो 21 ये सस्पेंड नहीं होंगे किसी भी हालत के। द प्रेजिडेंट कैन मॉडिफाई द डिस्ट्रीब्यूशन पैटर्न ऑफ फाइनैशियल रिसोर्सिज बिटवीन सेंटर एंड स्टेट, ये बिल्कुल ठीक है, यानी कि अपने को ऑप्शन बन जाती है जो आप थर्ड में एलिमीनेट कर दीए। आ देखो जो आप सिर्फ थर्ड में ही एलिमीनेट करते हैं सारिया एलिमीनेट हो जाती ने, 1 2 4 बच जाता है। आर्टिकल सॉरी क्वेश्चन 152, विच वन ऑफ द फॉलोइंग स्टेटमेंट अबाउट वाइस प्रेजिडेंट ऑफ इंडिया इज़ रॉन्ग या फिर नॉट करेक्ट। इन ऑर्डर टू बिकम द वाइस प्रेजिडेंट ए पर्सन मस्ट बी क्वालिफाइड फॉर इलैक्शन एज ए मैंबर ऑफ लोक सभा, नहीं ये लोक सभा नहीं आएगा और ये राज्य सभा आएगा, ये गलत है क्योंकि ये उम्र 35 साल होंगी है। जी भी ये क्वालिफिकेशन है बिल्कुल प्रेजिडेंट के नाल मेल खाती है। ए मैंबर ऑफ द स्टेट लैजिस्लेटिव असैंबली
कैन सीक इलैक्शन टू दैट ऑफिस। ये बिल्कुल ठीक है। नैक्सट है ऑप्शन ये भी ठीक है, उन्होंने गलत पूछा पर गलत दसनी है। द टर्म ऑफ ऑफिस ऑफ वाइस प्रेजिडेंट इज सेम एज दैट ऑफ प्रेजिडेंट। तुम दसिया प्रेजिडेंट तो वाइस प्रेजिडेंट की क्वालिफिकेशन तो बिल्कुल सेम आ, तो कोल बचती है एक फोर्थ ऑप्शन, ही कैन बी रिमूव थ्रू फॉर्मल इंपीचमेंट। इंपीचमेंट नाम की कोई भी चीज़ प्रेजिडेंट के लिए नहीं बनी। प्रेजिडेंट कोल इंपीचमेंट होंगे ना कि वाइस प्रेजिडेंट। क्वेश्चन नंबर 153, ये अपने को मॉडर्न इंडिया मॉडर्न हिस्टरी का क्वेश्चन है। आप स्पैक्ट्रम कर रहे हैं, जिन्होंने सीरीज़ नहीं देखी तो सीरीज़ देख सकता, तो स्पैक्ट्रम आप करनी शुरू कर रहे हैं तो वो तुसी देख सकते हो। द क्विट इंडिया मूवमेंट वाज लॉन्चड इन रिस्पॉन्स टू, ये क्रिस ਜਿਹੜਾ ਪ੍ਰਪੋਜ਼ਲ ਸੀ 1940 ਦਾ, ਉਹਦੇ ਫੇਲ ਹੋਣ ਤੋਂ ਬਾਅਦ ਹੀ ਕੁਇਟ ਇੰਡੀਆ ਮੂਵਮੈਂਟ ਚੱਲੀ ਸੀ 1942 ਦੇ ਵਿੱਚ। ਅਤੇ ਇਹਨੂੰ ਲੀਡ ਕਰਨ ਵਾਲਾ ਗਾਂਧੀ ਨਹੀਂ ਸੀਗਾ, ਕਿਉਂਕਿ ਗਾਂਧੀ ਉਸ ਵਕਤ ਜੇਲ੍ਹ ਸੀਗਾ, ਉਹ ਸ਼ੁਰੂ ਕਰਕੇ ਚਲਿਆ ਗਿਆ ਸੀਗਾ। ਮਸਾਲਾ ਬੌਂਡ, ਜਿਹੜਾ ਆਪਣਾ ਇਹ ਮਸਾਲਾ ਬੌਂਡ ਹੈ, ਇਹ ਇਕਨੋਮਿਕਸ ਦਾ ਕੁਐਸਚਨ ਹੈ। ਇਹ 'ਚ ਪੁੱਛਿਆ ਗਿਆ ਦੀਜ਼ ਆਰ ਇਸ਼ੂਡ ਆਊਟਸਾਈਡ ਇੰਡੀਆ ਬਟ ਡਿਨੋਮੀਨੇਟਿਡ ਇਨ ਇੰਡੀਅਨ ਰੁਪੀਜ਼। ਬਿਲਕੁਲ ਕਰੈਕਟ ਹੈ। ਦ ਰਿਸਕ ਔਰ ਐਕਸਚੇਂਜ ਰੇਟ ਰਿਸਕ ਆਰ ਬੋਰਨ ਬਾਏ ਦ ਇਨਵੈਸਟਰ। ਜੇ ਕੱਲ੍ਹ ਨੂੰ ਰੁਪਏ ਦੀ ਕੀਮਤ ਘਟਦੀ ਹੈ ਤਾਂ ਨੁਕਸਾਨ ਹੀ ਇਨਵੈਸਟਰ ਨੂੰ ਹੋਏਗਾ, ਨਾ ਕਿ ਦੇਣ ਵਾਲੇ ਇੰਸਟੀਟਿਊਟ ਨੂੰ। ਇਹ ਦੋਵੇਂ ਆਪਸ਼ਨਸ ਠੀਕ ਨੇ ਅਤੇ ਉਹਨਾਂ ਨੇ ਕਰੈਕਟ ਪੁੱਛੀ ਹੈ। ਮਲਟੀਲੇਟਰਲ ਐਂਡ ਰੀਜਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆਰ ਨਾਟ ਅਲਾਊਡ ਟੂ ਇਨਵੈਸਟ ਇਨ ਦੀਜ਼ ਬੌਂਡਸ। ਇਹ ਬਿਲਕੁਲ ਗਲਤ ਹੈ, ਇਹਨਾਂ ਨੂੰ ਅਲਾਊ ਹੁੰਦਾ। ਨੈਕਸਟ ਕੁਐਸਚਨ ਆਪਣੇ ਕੋਲ 170 ਕੁਐਸਚਨ ਹੈ, 163 ਦੇ ਆ ਗਏ। ਇੱਕ GSLV ਜਿਹੜਾ ਲਾਂਚ ਵਹੀਕਲ ਸੀਗਾ, ਵਿਚ ਔਨ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਇਹ ਫਿਰ ਤੋਂ ਸਾਇੰਸ ਐਂਡ ਟੈਕਨੋਲੋਜੀ ਦਾ ਕੁਐਸਚਨ ਹੈ, ਦੱਸਣਾ ਵੀ ਕਿਹੜੀ ਸਟੇਟਮੈਂਟ ਇਸ ਰਿਗਾਰਡਿੰਗ ਟਰੂ ਹੈ ਆਪਣੀ। ਇਟ ਵਾਜ਼ ਡਿਵੈਲਪਡ ਟੂ ਲਾਂਚ ਇਨਸੈਟ ਸੀਰੀਜ਼ ਆਫ ਸੈਟੇਲਾਈਟ। ਅਗਲਾ ਹੈਗਾ ਇਟ ਪਲੇਸਿਸ ਸੈਟੇਲਾਈਟ ਇਨਟੂ ਜੀਓ ਸਟੇਸ਼ਨਰੀ ਆਰਬਿਟ। ਇਹ ਵੀ ਕਰੈਕਟ ਹੈ, ਦੋਵੇਂ ਕਰੈਕਟ ਨੇ ਹਾਲੇ ਤੱਕ ਤਾਂ। ਇਹਦੇ 3 ਸਟੇਜਸ ਹੁੰਦੀਆਂ ਨੇ, ਬਿਲਕੁਲ ਠੀਕ ਹੈ। ਇਟ ਕੈਨ ਨਾਟ ਯੂਜ਼ ਕ੍ਰਾਇਓਜੈਨਿਕ ਇੰਜਨ। ਕ੍ਰਾਇਓਜੈਨਿਕ ਇੰਜਨ ਯੂਜ਼ ਹੁੰਦਾ ਹੈ। ਕ੍ਰਾਇਓਜੈਨਿਕ ਇੰਜਨ ਹੁੰਦਾ ਕੀ ਹੈ? ਇਹ ਹੁੰਦੀ ਹੈ ਟੈਕਨੋਲੋਜੀ ਜਿਹੜਾ ਫਿਊਲ ਲੈ ਕੇ ਜਾਂਦੇ ਨੇ, ਉਹਦਾ ਜਿਹੜਾ ਉਹਨੂੰ ਆਪਾਂ ਬਹੁਤ ਹੀ ਠੰਡੇ ਪੁਆਇੰਟ 'ਤੇ ਰੱਖਦੇ ਹਾਂ। ਇਹ ਜਿਹੜਾ ਇੰਜਨ ਹੈ ਲੋਅਰ ਟੈਂਪਰੇਚਰਸ 'ਤੇ ਓਪਰੇਟ ਹੁੰਦਾ। ਨੈਕਸਟ ਕੁਐਸਚਨ ਹੈ ਇਨ ਦੀ ਕੰਟੈਕਸਟ ਆਫ ਕ੍ਰਾਇਓਜੈਨਿਕ ਇੰਜਨ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਹੁਣ ਫਿਰ ਤੋਂ ਉਹਦੇ ਰਿਗਾਰਡਿੰਗ ਹੀ ਕੁਐਸਚਨ ਆ। इट इज़ मोस्ट एफिशिएंट एंड प्रोवाइड्स मोर थ्रस्ट। बिल्कुल ठीक है। इट यूजेज लिक्विड हाइड्रोजन एंड लिक्विड ऑक्सीजन एट हाई टैंपरेचर। मैं हुणी दसिया बहुत लो पॉइंट पर रखा जाता, इस करके उरे लो टैंपरेचर आना चाहिए सीगा। ये ऑप्शन गलत है, जिथे जिथे सैकेंड ऑप्शन आप गलत कट सकते हैं। आ देखो 2 ऑप्शन कट गई, हाले कोल सिर्फ आप कोल 2 ऑप्शन बचिया ने, आप भी पढ़ लें। इट यूजेज लिक्विड हाइड्रोजन एंड लिक्विड ऑक्सीजन एट वेरी लो टैंपरेचर। बिल्कुल ठीक है। आफ्टर US, रशिया, यूरोपियन यूनियन, चाइना एंड जापान, इंडिया टू हैज़ दिस टैक्नोलॉजी। ये भी बिल्कुल ठीक है, यानी कि अपने को आंसर बनता है 1, 3 एंड 4। मालाबार, मालाबार नवल एक्सरसाइज है, करंट का क्वेश्चन है। मालाबार पूछे किहड़े किहड़े सीगे। मालाबार दे विच इंडिया हैगा, जापान हैगा ते US हैगा। अगला क्वेश्चन है फिर तो साइंस एंड टैक्नोलॉजी नाल रिलेटेड है। तेजस की है अपने को? तेजस अपना इंडिजीनियसली डिवेल्ड एयरक्राफ्ट है। अर्जुन हैगा मेन बैटल टैंक। अस्त्रा एयर टू एयर मिसाइल है। धनुष की है शिप बेस मिसाइल। तो अपने को ਇਹਦਾ आंसर बन जाता है A। नैक्सट है अपने को 167, कंसीडर द फॉलोइंग स्टेटमेंट। द BT कॉटन, a transgenic plant BT refers to Clostridium thuringiensis। एक साइंटिफिक नेम पूछा होया BT कॉटन का। द BT जीन्स इज ड्राइव्ड फ्रॉम फंगी। Nematode resistant transgenic cotton has been produced by inserting BT gene। Which of the following statement is are correct? इन्हां दे विचों कोई भी करैक्ट नहीं हैगी। नैक्सट हैगा अपने को वट इज़ करैक्ट अबाउट PIG पिग 26। पिग 26 की है? ये उस वक्त न्यूज़ च सीगा। ए न्यू प्लांट ए न्यू पेटेंट लॉ इनफोर्सड इन इंडिया। एक पेटेंट लॉ सीगा उस वक्त आया सीगा अपनी न्यूज़ 18 दे विच।
ਨੈਕਸਟ ਕੁਐਸਚਨ ਹੈ ਆਪਣੇ ਕੋਲ ਨਹੀਂ ਫਸਟ ਐਨੀਮਲ ਟੂ ਬੀ ਕ੍ਰੀਏਟਡ ਬਾਏ ਜੀਨ ਐਡਿਟਿੰਗ। ਹਾਂਜੀ, ਇਹ ਫਸਟ ਐਨੀਮਲ ਸੀਗਾ ਜਿਹੜੀ ਆਪਾਂ ਜੀਨ ਐਡਿਟ ਕਰਕੇ ਕ੍ਰੀਏਟ ਕੀਤਾ ਸੀਗਾ।